नहीं, एक गिनी चुनी साजिश के तहत मर्डर किया गया है क्योंकि की करके ਅਸੀਂ ਚੂੜੀ ਕੱਸਾਂਗੇ ਜਿੱਥੋਂ ਜਿਹਦੀ ਲੋੜ ਪੈਂਦੀ ਹੈ ਕਿ ਆਪਣੀ ਜੀਭ ਬਚਾ ਕੇ ਰੱਖੇ। ਹੋ ਸਕਦਾ ਤੁਹਾਡੇ ਦੰਦਾਂ ਦੇ ਵਿੱਚ ਕੱਟੀ ਜਾਵੇ ਉਹ ਗੱਲਾਂ ਸੁਣਦੇ ਸੁਣਦੇ। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਸੁਨੀਲ ਮੱਲਨ ਐਡਵੋਕੇਟ YouTube ਚੈਨਲ। ਪਿਛਲੇ ਦਿਨੀ ਤੁਹਾਡੇ ਨਾਲ ਇੱਕ ਇੰਟਰਵਿਊ ਸਾਂਝੀ ਕੀਤੀ ਸੀ ਉਸ ਪੀੜਤ ਪਰਿਵਾਰ ਦੀ ਜਿਨ੍ਹਾਂ ਦਾ ਜਵਾਨ ਪੁੱਤ ਜਤਿੰਦਰ ਸਿੰਘ ਜਿਸ ਵੱਲੋਂ ਕਿ ਸੁਸਾਈਡ ਕਰ ਲਿਆ ਗਿਆ ਸੀ। ਸੁਸਾਈਡ ਕਰਨ ਦਾ ਕਾਰਨ ਸੀ ਉਸਦੀ ਆਪਣੀ ਧਰਮ ਪਤਨੀ। ਉਹ ਧਰਮ ਪਤਨੀ ਜਿਹਨੂੰ ਕਿ ਇੰਡੀਆ ਦੇ ਵਿੱਚ ਇਸ ਕਰਕੇ ਵੀ ਜਾਣਿਆ ਜਾਂਦਾ ਹੈ ਕਿ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀ ਆ, ਹਮੇਸ਼ਾ ਦੁਆਵਾਂ ਮੰਗਦੀ ਆ। ਪਰ ਉਹ ਪਤਨੀ ਜਿਸਨੂੰ ਕਿ ਕਲਯੁਗੀ ਪਤਨੀ ਕਹਾਂਗੇ, ਉਸਨੇ ਆਪਣੇ ਇੱਕ ਨਜਾਇਜ਼ ਰਿਸ਼ਤੇ ਨੂੰ ਇੱਕ ਨਾਮ ਦੇਣ ਦੇ ਲਈ ਆਪਣੇ ਪਤੀ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਵੀ ਜ਼ਿੰਦਗੀ ਇੱਕ ਤਰੀਕੇ ਦੇ ਨਾਲ ਖਤਮ ਕਰ ਦਿੱਤੀ। ਤੇ ਦੂਜਾ ਇਸ ਕੇਸ ਦੇ ਵਿੱਚ ਵੱਡਾ ਇੱਕ ਤੁਹਾਡੇ ਜੁੜਨ ਦਾ ਵੀ ਸਬੱਬ ਇਹ ਸੀ ਕਿ ਉਹ ਔਰਤ ਇੱਕ ਅਜਿਹੇ ਸਨਮਾਨਿਤ ਅਹੁਦੇ ਦੇ ਵਿੱਚ ਕੰਮ ਕਰ ਰਹੀ ਸੀ, ਇੱਕ ਵਕਾਲਤ ਕਰ ਰਹੀ ਸੀ। ਫਿਰ ਵੀ ਉਸਨੇ ਅਜਿਹਾ ਘਟੀਆ ਕੰਮ ਕੀਤਾ ਜਿਸ ਕਰਕੇ ਕਿ ਐਡਵੋਕੇਟ ਸੁਨੀਲ ਮੱਲਨ ਜੀ ਵੀ ਇਸ ਕੇਸ ਦੇ ਨਾਲ ਜੁੜੇ ਨੇ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਵੀ ਦਿਵਾਇਆ ਜਾਵੇ ਤੇ ਉਸ ਔਰਤ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇ। ਤੇ ਕੀ ਹੋ ਰਿਹਾ, ਕੀ ਹੈ ਪੂਰਾ ਕੇਸ, ਜਾਣਦੇ ਆ ਅੱਜ ਐਡਵੋਕੇਟ ਸਾਹਿਬ ਦੇ ਨਜ਼ਰੀਏ ਤੋਂ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ, ਇੱਕ ਬਹੁਤ ਹੀ ਨਮੋਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਦੋ ਹੀ ਮਹਿਕਮੇ ਨੇ, ਇੱਕ ਪੁਲਿਸ ਦਾ, ਉਹਦੇ ਕੋਲ ਬੰਦਾ ਸਭ ਤੋਂ ਪਹਿਲਾਂ ਨਾਮ ਆਉਂਦਾ, ਤੇ ਦੂਜਾ ਪੁਲਿਸ ਕੰਮ ਨਾ ਕਰੇ ਤਾਂ ਵਕੀਲ ਸਾਹਿਬ ਕੋਲ ਜਾਂਦਾ ਜੀ। ਸਰ, ਇੱਕ ਕਿਤੇ ਨਾ ਕਿਤੇ ਵਕਾਲਤ ਦੇ ਸਨਮਾਨਿਤ ਅਹੁਦੇ ਤੇ ਵੀ ਉਸ ਔਰਤ ਵੱਲੋਂ ਕਾਲਖ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਕੇਸ ਨੂੰ ਤੇ ਕਿਸ ਤਰ੍ਹਾਂ ਦੀ ਉਸ ਨੂੰ ਸਜ਼ਾ ਦਿਵਾਉਣੀ ਚਾਹੋਗੇ ਜੀ ਤੁਹਾਡੇ ਨਜ਼ਰੀਏ ਤੋਂ ਤੇ ਕਾਨੂੰਨ ਦੇ ਨਜ਼ਰੀਏ ਤੋਂ? ਦੇਖੋ, ਬੜਾ ਸਿੰਪਲ ਜੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਇੱਕ ਰੈਂਕ ਤੇ ਪਹੁੰਚ ਜਾਈਏ, ਕਿਸੇ ਪਬਲਿਕ ਲੈਵਲ ਤੇ ਪਹੁੰਚ ਜਾਈਏ, ਤੇ ਸਾਨੂੰ ਸਭ ਤੋਂ ਪਹਿਲਾਂ ਤੇ ਇੱਕ ਧਿਆਨ ਰੱਖਣਾ ਚਾਹੀਦਾ ਕਿ ਸਾਡੀ ਜਮਾਤ ਨੂੰ ਉਂਗਲ ਚੁੱਕੀ ਜਾਣੀ ਹੈ। ਮਤਲਬ ਇੱਕ ਪੁਲਿਸ ਵਾਲਾ ਚੋਰ ਮਿਲਦਾ ਤੇ ਸਾਰੇ ਪੁਲਿਸ ਵਾਲਿਆਂ ਨੂੰ ਅਸੀਂ ਚੋਰ ਦੀ ਨਜ਼ਰ ਨਾਲ ਦੇਖਦੇ ਹਾਂ, ਜਦ ਕਿ 2-4% ਹਰ ਜਗ੍ਹਾ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਇਸੇ ਤਰ੍ਹਾਂ ਇਸ ਲੜਕੀ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸਦਾ ਵੀ ਇਸ ਲੜਕੀ ਨੇ ਸਿੰਪਲ ਗ੍ਰੈਜੂਏਟ ਸੀ। ਇਹਨੂੰ ਲਾਅ ਕਰਾਉਣ ਵਾਲਾ ਇਹਦਾ ਪਰਿਵਾਰ ਹੈ, ਇਹਦਾ ਸਹੁਰਾ ਪਰਿਵਾਰ ਹੈ, ਜਿਨ੍ਹਾਂ ਨੇ ਪੈਸੇ ਖਰਚ ਕੇ ਇਹਨੂੰ ਲਾਅ ਕਰਾਈ ਔਰ ਉੱਥੇ 3 ਸਾਲ ਆਪਣੇ ਪੜ੍ਹਾਇਆ। ਲਾਅ ਦੇ ਦੌਰਾਨ ਇਹਨਾਂ ਨੇ ਸਹੁਰੇ ਪਰਿਵਾਰ ਨੇ ਲਾਅ ਕਰਾਉਣ ਤੋਂ ਬਾਅਦ ਇਸ ਲੜਕੀ ਨੇ ਸਹੁਰੇ ਪਰਿਵਾਰ ਦੇ ਅੱਗੇ ਕੰਡੀਸ਼ਨ ਰੱਖੀ ਕਿ ਲੁਧਿਆਣਾ ਹੈਬੋਵਾਲ 'ਚ ਜਿਹੜਾ ਘਰ ਹੈ ਉਹਨੂੰ ਵੇਚਿਆ ਜਾਵੇ ਤੇ ਟੋਲ ਪਲਾਜ਼ਾ ਪਾਰ ਕਰਕੇ ਜਲੰਧਰ ਵਾਲੇ ਪਾਸੇ ਨੂੰ ਘਰ ਲਿਆ ਜਾਵੇ। ਤੇ ਪਰਿਵਾਰ ਨੇ ਉਹ ਘਰ ਵੇਚਿਆ ਉੱਥੇ ਵਾਲਾ ਆਪਣੀ ਨੂੰਹ ਦੇ ਕਹਿਣ ਤੇ। ਔਰ ਜਿਹੜੀ ਹੁਣ ਫਲੋਰ ਦੇ ਕੋਲ ਇੱਕ ਉੱਥੇ ਏਰੀਆ ਕਲੋਨੀ ਆ, ਉੱਥੇ ਪਲਾਟ ਲਏ 2 ਨਾਲ ਜੁੜ ਗਏ ਪਲਾਟ ਲਏ ਔਰ ਜਿਹਦੇ ਵਿੱਚੋਂ ਇੱਕ ਪਲਾਟ ਆਪਣੀ ਨੂੰਹ, ਇਸੇ ਨੂੰਹ ਦੇ ਜਿਹੜੀ ਮਤਲਬ ਮੈਂ ਕਹੂੰਗਾ ਕਾਤਲ ਨੂੰਹ ਹੈ, ਇਹਦੇ ਨਾਂ ਤੇ ਲਿਆ ਕਿ ਬੇਟਾ ਤੁਹਾਡੀ ਐਸਟ ਬਣ ਜੂਗੀ। ਇੱਕ ਪਾਸਾ ਆਪਣੇ ਲਈ ਰੱਖਿਆ ਕਿਉਂਕਿ ਉਹਦੇ ਸਹੁਰਾ ਸਾਹਿਬ ਟਰੱਕ ਚਲਾਉਂਦੇ ਸੀ, ਉਹਨਾਂ ਦੇ ਟਰੱਕ ਸੀ ਆਪਣੇ, 1-2 ਬੰਦੇ ਰੱਖੇ ਸੀ ਨਾਲ। ਤੇ ਜਿਹੜਾ ਮੁੰਡਾ ਜਿਹਨੇ ਸੁਸਾਈਡ ਕੀਤਾ ਉਹ ਇੱਕ ਅੱਛੀ ਫਾਈਨਾਂਸ ਕੰਪਨੀ 'ਚ ਐਜ਼ ਏਰੀਆ ਮੈਨੇਜਰ ਬਣਨ ਵਾਲਾ ਸੀ ਔਰ ਇਹਦੇ ਲਈ ਪਲਾਟ ਲਿਆ, ਇੱਕ ਪਾਸੇ ਆਪਣਾ ਘਰ ਬਣਾਇਆ ਔਰ ਉੱਥੇ ਰਹੇ। ਉਸ ਤੋਂ ਬਾਅਦ ਇਹ ਲੜਕੀ ਨੂੰ ਜ਼ਿਆਦਾਤਰ ਹਮੇਸ਼ਾ ਹੀ ਮੈਂ ਜਲੰਧਰ ਚੱਲੀ ਹਾਂ, ਮੈਂ ਉੱਥੇ ਚੱਲੀ ਹਾਂ, ਮੈਂ ਉੱਥੇ ਚੱਲੀ ਹਾਂ, ਉਧਰ ਦਾ ਤੋਰਾ ਫੇਰਾ ਰੱਖਦੀ ਸੀ। ਬੱਚਾ ਵੀ ਹੈ, 2-3 ਸਾਲ ਦੀ ਬੇਟੀ ਵੀ ਹੈ। ਔਰ ਉਸ ਮੁੰਡੇ ਨੂੰ ਵੀ ਕਿਸੇ ਹੱਦ ਤੱਕ ਡਰਾਇਆ ਗਿਆ ਕਿਉਂਕਿ ਉਸ ਮੁੰਡੇ ਨੇ ਵੀ ਵਿਚਾਰੇ ਨੇ ਕਈ ਵਾਰੀ ਘਰਦਿਆਂ ਨੂੰ ਕਿਹਾ, ਪਹਿਲਾਂ ਕਹਿੰਦੇ ਆਪਾਂ ਇਹਨਾਂ ਨਾਲ ਬਦਲਾ ਲੈਣਾ ਹੈ, ਫਿਰ ਕਹਿੰਦਾ ਛੱਡੋ ਪਰ ਆਪਾਂ ਕੀ ਕਰਨਾ ਹੈ। ਸੋ ਇਦਾਂ ਦੇ ਕਈ ਸਾਰੇ ਮੁੱਦੇ ਸਾਹਮਣੇ ਆਉਂਦੇ ਹੈ ਔਰ ਇਹਦੇ 'ਚ ਵੀ ਮੈਂ ਪੁਲਿਸ ਵਾਲਿਆਂ ਦੀ ਕਾਰਨਾਮਾ ਸੁਣਾ ਦਿੰਦਾ ਤੇ ਪੁਲਿਸ ਵਾਲੇ ਲੜਕੀ ਦੇ ਫਾਦਰ ਨੂੰ ਕਹਿੰਦੇ, ਮੁੰਡੇ ਦੇ ਫਾਦਰ ਨੂੰ ਜਿਹਨਾਂ ਦਾ ਬੇਟਾ ਮਰਿਆ, ਕਿ ਸਾਨੂੰ ਗੱਡੀ ਕਰਾ ਕੇ, ਕਿਉਂਕਿ ਬਟਾਲੇ ਵੱਲ ਦੀ ਹੈ ਲੜਕੀ, ਤੇ ਉਹਨੂੰ ਕਹਿੰਦੇ ਜੀ ਸਾਨੂੰ ਪੈਸੇ ਦਿਓ ਤੇ ਨਾਲੇ ਸਾਨੂੰ ਗੱਡੀ ਕਰਾ ਕੇ ਦਿਓ, ਅਸੀਂ ਰੇਡ ਮਾਰਨ ਜਾਣਾ। ਔਰ ਜਿਹਦੇ ਵਿੱਚੋਂ ਉਹਦੇ ਫਾਦਰ ਇੱਕ ਵਾਰੀ ਗੱਡੀ ਕਰਾ ਕੇ ਦੇ ਵੀ ਚੁੱਕੇ
ਮੈਂ ਸਗੋਂ ਨਾਰਾਜ਼ ਹੋਇਆ ਉਹਨਾਂ ਨਾਲ। ਹਾਂਜੀ, ਹਾਂਜੀ, ਉਹ ਦੱਸ ਰਹੇ ਸੀ ਕਿ ਵਕੀਲ ਸਾਹਿਬ ਨਾਰਾਜ਼ ਹੋਏ ਸੀ ਕਿ ਤੁਸੀਂ ਕਿਉਂ ਗੱਡੀ ਕਰਵਾ ਕੇ ਦਿੱਤੀ ਮੇਰੇ ਮਨਾ ਕਰਨ ਦੇ ਬਿਲਕੁਲ ਮੈਂ ਬਾਵਜੂਦ। ਨਾਰਾਜ਼ ਹੋਇਆ। ਮੈਂ ਕਿਹਾ ਜਾਂ ਤੇ ਜੇ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਮੇਰੇ ਤਰੀਕੇ ਨਾਲ ਕੰਮ ਕਰੋ, ਜੇ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰਨਾ ਫਿਰ ਮੈਨੂੰ ਬਾਹਰ ਕੱਢੋ। ਜੇ ਮੈਨੂੰ ਆਪਣੇ ਘਰ ਦਾ ਕਾਨੂੰਨੀ ਮੋਢੀ ਮੰਨਣਾ ਹੀ ਨਹੀਂ ਵੀ ਉਹਦੀ ਸਲਾਹ ਨਾਲ ਚੱਲਣਾ, ਤੇ ਫਿਰ ਤੁਸੀਂ ਆਪਣੀ ਮਰਜ਼ੀਆਂ ਕਰਦੇ ਰਹੋ, ਫਿਰ ਦੇਖੀ ਜਾਊਗੀ ਜੋ ਕੁਝ ਹੋਏਗਾ। ਹਾਂਜੀ, ਬਾਕੀ ਲੜਕੀ ਨੇ ਜਿਸ ਲੜਕੇ ਨਾਲ ਵੀ ਚੱਕਰ ਚਲਾਇਆ, ਵਿਆਹ ਕੀਤਾ ਹੈ, ਉਹ ਇੱਥੇ ਸੈਕਟਰ 34 ਚ ਉਹਦਾ ਇਮੀਗ੍ਰੇਸ਼ਨ ਦਾ ਆਫਿਸ ਹੈ। ਉਹ ਵੀ ਪਤਾ ਲੱਗੇ ਕ੍ਰਿਮੀਨਲ ਮਾਈਂਡਡ ਬੰਦਾ ਹੈ ਜੀ। ਮੇਰੇ ਕੋਲ ਹਲੇ ਕੁਝ ਕਾਗਜ਼ ਨਹੀਂ ਆਏ, ਜਦੋਂ ਆਉਣਗੇ ਮੈਂ ਡੈਫੀਨੇਟਲੀ ਉਹਦੇ ਬਾਰੇ ਵੀ ਟਿੱਪਣੀ ਕਰੂੰਗਾ। ਔਰ ਮਜ਼ੇਦਾਰ ਗੱਲ ਦੱਸਾਂ ਤੁਹਾਨੂੰ ਕਿ ਉਹਦੇ ਆਫਿਸ 'ਚ ਕੁੜੀ ਦਾ ਵਿਆਹ ਹੁੰਦਾ ਹੈ। ਸਾਰੀਆਂ ਰਸਮਾਂ ਉੱਥੇ ਆ ਕੇ ਕੀਤੀਆਂ ਜਾਂਦੀਆਂ ਔਰ ਬਿਨਾਂ ਤਲਾਕ ਲਿਆ ਲੜਕੀ ਵਿਆਹ ਕਰਾਉਂਦੀ ਹੈ। ਬਟਨਾ ਵੀ ਲਗਾਇਆ ਜਾਂਦਾ ਉੱਤੇ, ਆਪਾਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਸੀ ਵੀਡੀਓ ਦੇ ਵਿੱਚ ਜੀ। ਹਾਂਜੀ, ਕਈ ਕੁਛ ਵਟਣਾ ਲੱਗਦਾ ਹੈ, ਬੜਾ ਕੁਛ ਕਰਦੇ ਨੇ ਉੱਥੇ ਹੀ। ਫਿਰ ਉਸ ਤੋਂ ਬਾਅਦ ਮੈਨੂੰ ਤੇ ਉਸ ਲੜਕੇ ਦੀ ਸਮਝ ਨਹੀਂ ਆਉਂਦੀ ਜਿਹੜਾ ਇਹਦੇ ਨਾਲ ਵਿਆਹ ਕਰਾਉਂਦਾ ਹੈ, ਵੀ ਉਹਦਾ ਬੱਚਾ ਹੈ, ਉਹਦਾ ਘਰ ਵਸਿਆ ਤੇ ਤੂੰ ਉਹਦਾ ਘਰ ਪੁੱਟਦਾ ਪਿਆ। ਮੈਨੂੰ ਇਹ ਨਹੀਂ ਸਮਝ ਆਈ ਵੀ ਉਸ ਬੰਦੇ ਨੇ ਕੀ ਕੀਤਾ। ਤੇ ਕਈ ਸਾਰੀਆਂ ਹੋਰ ਗੱਲਾਂ ਨੇ ਜਿਹੜੀਆਂ ਕਾਫੀ ਆਬਜੈਕਸ਼ਨੇਬਲ ਨੇ। ਸੋ ਕੁਝ ਡਾਕੂਮੈਂਟ ਅਸੀਂ ਇਕੱਠੇ ਕਰਾ ਰਹੇ ਹਾਂ, ਕਿਉਂਕਿ ਲੜਕੀ ਨੇ ਪਹਿਲਾਂ ਇੱਕ ਕੇਸ ਬਟਾਲੇ ਵੀ ਪਾਇਆ, ਉੱਥੇ ਮਹਿਲਾ ਕਮਿਸ਼ਨ 'ਚ ਵੀ ਕੰਪਲੇਂਟਾਂ ਦਿੱਤੀਆਂ ਝੂਠੀਆਂ ਸੱਚੀਆਂ। ਇਸੇ ਕਰਕੇ ਹੀ ਮੈਨੂੰ ਤਾਂ ਲੱਗਦਾ ਕਿ ਲੜਕੀ ਥੋੜੀ ਐਸ਼ਪ੍ਰਸਤੀ ਕਰਨਾ ਚਾਹੁੰਦੀ ਸੀ, ਮੁੰਡਾ ਮਿਹਨਤ ਦੀ ਕਮਾਈ ਤੇ ਇਮਾਨਦਾਰੀ ਨਾਲ ਚੱਲਣਾ ਚਾਹੁੰਦਾ ਸੀ। ਔਰ ਬੱਚੇ ਨੂੰ ਵੀ ਧੋਖੇ ਨਾਲ ਲੈ ਕੇ ਗਈ ਆ ਹਾਂਜੀ, ਉਹ ਉਹ ਵੀ ਲੜਕੀ। ਦੱਸਿਆ ਸੀ। ਹੂੰ। ਸਰ ਮੁੰਡੇ ਦੀ ਮੰਮੀ ਨੇ ਇੱਕ ਹੋਰ ਗੱਲ ਕੀਤੀ ਸੀ, ਕਹਿੰਦੇ ਹਾਲਾਂਕਿ ਅਸੀਂ ਆਪਣੀ ਉਹਨੂੰ ਧੀ ਮੰਨਦੇ ਸੀ, ਇਸ ਕਰਕੇ ਅਸੀਂ ਉਹਦੀਆਂ ਛੋਟੀਆਂ-ਮੋਟੀਆਂ ਗਲਤੀਆਂ ਇਗਨੋਰ ਕਰ ਰਹੇ ਸੀ। ਕਹਿੰਦੇ ਜਦੋਂ ਇਹਨਾਂ ਦੀ ਮੈਰਿਜ ਹੋਈ ਆ, ਕਹਿੰਦੇ ਇੱਕ ਦਿਨ ਮੈਂ, ਕਿਉਂਕਿ ਉਹ ਦੋਨੋਂ ਉਹਦੀ ਸੱਸ ਤੇ ਨੂੰਹ ਘਰ ਦੇ ਵਿੱਚ ਹੀ ਰਹਿੰਦੀਆਂ ਹੋਣੀਆਂ, ਉਹ ਤਾਂ ਬੰਦੇ ਬਾਹਰ ਕੰਮ ਤੇ ਜਾਂਦੇ ਹੋਣੇ। ਕਹਿੰਦੇ ਇੱਕ ਦਿਨ ਕਿਸੇ ਮੁੰਡੇ ਦੇ ਨਾਲ ਗੱਲ ਕਰ ਰਹੀ ਸੀ, ਕਿਉਂਕਿ ਘਰ 'ਚ ਆਮ ਤੌਰ ਤੇ ਜਦੋਂ ਗੱਲਬਾਤ ਕਰਦੇ ਆ ਸੁਣਾਈ ਦਿੰਦਾ ਹੀ ਆ ਜਦੋਂ ਸ਼ਾਂਤ ਮਾਹੌਲ ਹੋਵੇ। ਕਹਿੰਦੇ ਕੋਈ ਮੁੰਡਾ ਉਹ ਮੁੰਡੇ ਨੂੰ ਕਹਿ ਰਹੀ ਸੀ ਕਿ ਤੂੰ ਵਿਆਹ ਕਰਵਾ ਲਾ, ਤੇ ਉਹ ਮੁੰਡਾ ਕਿਉਂ ਕਹਿੰਦਾ ਕੋਈ ਨਹੀਂ, ਜਦੋਂ ਤੇਰੇ ਵਰਗੀ ਕੋਈ ਮਿਲ ਗਈ ਫਿਰ ਕਰਵਾ ਲਾਂਗੇ। ਕਹਿੰਦੇ ਅਸੀਂ ਉਹ ਵੀ ਗੱਲ ਫਿਰ ਵੀ ਉਹਦੀ ਇਗਨੋਰ ਕਰਤੀ ਵੀ ਚਲੋ ਸਾਡੀ ਧੀ ਹੈ ਇੱਕ ਤੇਰੇ ਨਾਲ। ਜੇ ਧੀ ਸੀ ਤੇ ਉਹਨਾਂ ਨੇ ਉਹਦੇ ਨਾਂ ਦਾ ਪਲਾਟ ਲੈ ਲਿਆ। ਹਾਂਜੀ, ਉਹਨਾਂ ਨੇ ਤਾਂ ਕੋਈ ਫਰਕ ਸਮਝਿਆ ਹੀ ਨਹੀਂ। ਸਹੀ ਗੱਲ ਹੈ। ਸੋ ਉਹਨਾਂ ਨੇ ਤਾਂ ਕਿਸੇ ਪਾਸੇ ਫਰਕ ਨਹੀਂ ਸਮਝਿਆ। ਫਰਕ ਇਸ ਲੜਕੀ ਨੇ ਕੀਤਾ ਜਿਹਨੇ ਇੰਨਾ ਕੁ ਤੰਗ ਕੀਤਾ, ਕਿਉਂਕਿ ਲੜਕਾ ਆਖਰੀ ਦਿਨਾਂ 'ਚ ਬੜਾ ਪਰੇਸ਼ਾਨ ਰਹਿੰਦਾ ਸੀ। ਕਿਸੇ ਨਾ ਹਾਂਜੀ, ਕਿਸੇ ਦਿੱਕਤ ਤੋਂ ਉਹ ਕੰਪਲੇਂਟ ਕਰਦਾ ਸੀ ਘਰੇ ਕਿ ਮੇਰੇ ਨਾਲ ਆ ਕੁਝ ਹੁੰਦਾ ਪਿਆ ਹੈ। ਮਾਂ ਪਿਓ ਵੀ ਦੇਖਦੇ ਸੀ। ਔਰ ਹੁਣ ਲੜਕੀ ਡੈਫੀਨੇਟਲੀ ਅੰਡਰਗਰਾਉਂਡ ਹੈ, ਜੇਲ੍ਹ ਤੇ ਜਾਣਾ ਪੈਣਾ ਹੀ ਹੈ ਉਹਨੂੰ। ਔਰ ਉਹਦਾ ਹਾਂਜੀ, ਵਕਾਲਤ ਦਾ ਲਾਇਸੈਂਸ ਵੀ ਕੈਂਸਲ ਹੋਏਗਾ ਜੇ ਉਹਨੇ ਲਾਇਸੈਂਸ ਲਿੱਤਾ ਹੋਇਆ, ਕਿਉਂਕਿ ਉਹਦੀ ਕੰਪਲੇਂਟ ਵੀ ਪਾਵਾਂਗੇ। ਐਸੇ ਗੰਦੇ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਪ੍ਰੋਫੈਸ਼ਨ 'ਚ ਰਹਿਣ ਦਾ ਅਧਿਕਾਰ ਨਹੀਂ ਹੈ। ਸੋ ਹਾਂਜੀ, ਲਾਇਸੈਂਸ ਕੈਂਸਲ ਕਰਾਉਣ ਦੀ ਐਪਲੀਕੇਸ਼ਨ ਲਵਾਂਗੇ। ਪਲੱਸ ਇਹਦੇ ਜਿਹੜਾ ਫੋਰਨ ਜਾਣ ਦਾ, ਰਸ਼ੀਆ ਜਾਣ ਦਾ ਵੀਜ਼ਾ ਲਵਾਇਆ ਇਹਨੇ, ਤੇ ਪਲੱਸ ਉਹ 34 ਸੈਕਟਰ ਵਾਲੇ ਨੇ। ਅੱਛਾ ਜੇ ਜੀ, ਉੱਥੇ ਚਲੇ ਵੀ ਗਏ ਤੇ ਵਾਪਸੀ ਨਹੀਂ ਆਈ ਜਾਣੀ ਇਹਨਾਂ ਕੋਲੋਂ, ਕਿਉਂਕਿ ਐਲਓਸੀ ਉਦੋਂ ਤੱਕ ਜਾਰੀ ਕਰਾ ਲੈਣੀ ਅਸੀਂ। ਪਲੱਸ ਇਹਨਾਂ ਦੇ ਪਾਸਪੋਰਟ ਰੱਦ ਕਰਾਉਣ ਦੀ ਐਪਲੀਕੇਸ਼ਨ ਲਵਾਂਗੇ। ਸੋ ਇਹ ਠੀਕ, ਇਹਨਾਂ ਦੀ ਜ਼ਿੰਦਗੀ ਮੁਹਾਲ ਹੈ ਹੁਣ। ਬੰਦਾ ਮਾਰਿਆ ਇਹਨਾਂ ਨੇ, ਕੋਈ ਮਜ਼ਾਕ ਤੇ ਹੈ ਨਹੀਂ। ਕਿਸੇ ਦਾ ਘਰ ਉਜਾੜ ਦੇਣਾ ਕੋਈ ਮਜ਼ਾਕ ਥੋੜੀ ਹੈ। ਸੋ ਬੜਾ ਔਖਾ ਸੀ ਔਰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕੀਤਾ ਉਸ ਮੁੰਡੇ ਨੇ, ਉਸ ਪਰਿਵਾਰ ਨੇ, ਜਿਹਦੇ ਤੇ ਇਹ ਚੱਲਦੀ ਪਈ ਸੀ। ਮਤਲਬ ਜਿਨ੍ਹਾਂ ਦੇ ਘਰ ਦੇ ਭੀੜ ਬਣੀ। ਸਰ ਕਿਤੇ ਨਾ ਕਿਤੇ ਇਹ ਵੀ ਸਮਝ ਆ ਰਿਹਾ ਹੈ ਕਿ ਇੱਕ ਉਸ ਮੁੰਡੇ ਦਾ ਸੁਸਾਇਡ ਨਹੀਂ, ਇੱਕ ਗਿਣੀ ਚੁਣੀ ਸਾਜ਼ਿਸ਼ ਦੇ ਤਹਿਤ ਮਰਡਰ ਕੀਤਾ ਗਿਆ ਹੈ। ਕਿਉਂਕਿ ਜਿੱਦਾਂ ਉਹਦੀ ਜਤਿੰਦਰ ਦੀ ਮਾਤਾ ਨੇ ਸਾਨੂੰ ਇੰਟਰਵਿਊ ਦੇ ਵਿੱਚ ਦੱਸਿਆ, ਜਿੰਨਾ ਕੁ ਸਾਡੀ ਸਮਝ ਦੇ ਵਿੱਚ ਆਇਆ, ਕਿ ਪਹਿਲਾਂ ਉਹ ਜਿਹੜੀ ਆਪਣੀ ਬੇਟੀ ਦੇ ਨਾਲ ਜਤਿੰਦਰ ਦੀ ਵਾਈਫ ਬਿਲਕੁਲ ਵੀ ਲਗਾ ਨਹੀਂ ਕਰਦੀ ਸੀ, ਇਹਨਾਂ ਕੋਲੇ ਛੱਡ ਰੱਖੀ ਸੀ, ਆਪ ਅਲੱਗ ਰਹਿੰਦੀ ਸੀ। ਤੇ ਬਿਲਕੁਲ ਬਾਅਦ 'ਚ ਧੱਕੇ ਨਾਲ ਜਤਿੰਦਰ ਤੋਂ ਉਸ ਬੱਚੀ ਨੂੰ ਖੋਹ ਲਿਆ, ਕਿਉਂਕਿ ਉਹ ਜਾਣਦੀ ਸੀ ਕਿ ਜਤਿੰਦਰ ਦੀ ਜਾਨ ਉਸ ਬੱਚੀ ਦੇ ਵਿੱਚ ਹੈ। ਧੋਖੇ ਦੇ ਨਾਲ ਬਿਲਕੁਲ ਇੱਕ ਵਾਰ ਦੇਖਣ ਨੂੰ ਬੁਲਾਇਆ, ਉੱਥੋਂ ਲੈ ਕੇ ਬੱਚੀ ਨੂੰ ਫਰਾਰ ਹੋ ਗਏ। ਫਿਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਮਤਲਬ ਧਮਕੀ ਭਰੇ ਫੋਨ ਵੀ ਆ ਰਹੇ ਸੀ ਜਤਿੰਦਰ ਨੂੰ, ਕਿਉਂਕਿ ਇੱਕ ਵਾਰ ਜਦੋਂ ਮਤਲਬ ਕਿ ਹਾਲਾਂਕਿ ਮਾਨਯੋਗ ਅਦਾਲਤ ਵੱਲੋਂ ਉਹਨੂੰ ਕਸਟਡੀ ਵੀ ਮਿਲ ਗਈ ਸੀ ਬੱਚੀ ਦੀ, ਜਤਿੰਦਰ ਨੂੰ। ਜਦੋਂ ਇੱਕ ਵਾਰ ਕਹਿੰਦੇ ਕੋਰਟ ਦੇ ਵਿੱਚ ਗਏ ਤਾਂ ਜਤਿੰਦਰ ਘਰੋਂ ਆਪਣੇ ਪਿਤਾ ਨੂੰ ਕਹਿ ਕੇ ਗਿਆ ਕਿ ਆਪਾਂ ਅੱਜ ਬੱਚੀ ਨੂੰ ਲੈ ਕੇ ਆਉਣਾ, ਤੇ ਸਾਰੀ ਤਿਆਰੀ ਕਰਕੇ ਗਏ ਕਿ ਅੱਜ ਉੱਥੇ ਗਵਾਹੀ ਦੇ ਕੇ ਆਪਾਂ ਬੱਚੀ ਨੂੰ ਲੈ ਆਉਣਾ। ਉੱਥੇ ਕਹਿੰਦੇ ਉਹਦੇ ਪਿਤਾ ਨੇ ਦੱਸਿਆ ਜਤਿੰਦਰ ਨੇ ਵੀ ਪਤਾ ਨਹੀਂ ਕਿਸ ਦਾ ਫੋਨ ਆਇਆ, ਉਹ ਫੋਨ ਸੁਣਨ ਸਾਰ ਕਹਿੰਦਾ
ਵੀ ਭਰੇ ਮਨ ਨਾਲ ਕਿਹਾ ਕਿ ਪਾਪਾ ਤੁਸੀਂ ਸਾਈਨ ਕਰ ਦਿਓ, ਵੀ ਜਿਵੇਂ ਇਹ ਕਹਿੰਦੇ ਨੇ ਉਵੇਂ ਕਰ ਦਿਓ, ਬੱਚੀ ਕੋਈ ਗੱਲ ਨਹੀਂ ਇਹਨਾਂ ਨੂੰ ਦੇ ਦਿਓ। ਕਹਿੰਦੇ ਹਾਲਾਂਕਿ ਮੈਂ ਬਹੁਤ ਹੈਰਾਨ ਸੀ, ਕਹਿੰਦੇ ਉਹਦੇ ਮੰਮੀ ਵੀ ਕਹਿੰਦੇ ਵੀ ਮੈਨੂੰ ਐਂ ਕਹਿੰਦਾ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਦੋਂ ਆਫਿਸ ਪਹੁੰਚ ਸਕਦਾ, ਵੀ ਮੋਟਰਸਾਈਕਲ ਚਲਾਉਂਦੇ ਵੀ ਮੈਨੂੰ ਪਤਾ ਨਹੀਂ ਲੱਗਦਾ, ਹਰ ਸਮੇਂ ਗੁੰਮਸੁੰਮ ਰਹਿਣ ਲੱਗਿਆ ਸੀ ਉਹ ਤੋਂ ਬਾਅਦ। ਯੈਸ, ਔਰ ਉਹਦੇ ਤੇ ਨਾ ਦਬਾਅ ਬਣਾਇਆ ਜਾ ਰਿਹਾ ਸੀ ਤੇ ਉਸੇ ਦਬਾਅ ਦੇ ਚੱਕਰ 'ਚ ਉਹਦੇ ਕੋਲ ਦਬਾਅ ਬਰਦਾਸ਼ਤ ਨਹੀਂ ਹੋਇਆ, ਉਹਨੇ ਸੁਸਾਈਡ ਨੋਟ 'ਚ ਸਭ ਕੁਝ ਲਿਖਿਆ, ਸਾਰੀ ਗੱਲ ਉਹਨੇ ਬਿਲਕੁਲ ਕਲੀਅਰ ਲਿਖੀ ਹੈ। ਔਰ ਅਗਲੀ ਗੱਲ ਦੱਸਦਾ, ਜਦੋਂ ਲੜਕੇ ਦੇ ਫਾਦਰ ਕੰਪਲੇਂਟ ਲਿਖਾਉਂਦੇ ਆ ਜਿਹਦੇ ਵਿੱਚ ਉਹਨਾਂ ਨੇ ਉਹਦੇ ਵਿਆਹ ਦਾ ਜ਼ਿਕਰ ਜਾਂ ਹੋਰ ਗੱਲਾਂ ਕੀਤੀਆਂ, ਪੁਲਿਸ ਵਾਲਿਆਂ ਨੇ ਉਹਦਾ ਲਿਖਿਆ ਹੀ ਨਹੀਂ ਨਾਮ, ਨਵੇਂ ਜਿਹੜਾ ਸੋ ਕਾਲਡ ਉਹਦਾ ਇਲੀਗਲ ਹਸਬੈਂਡ ਹੈ। ਪੁਲਿਸ ਵਾਲਿਆਂ ਨੂੰ ਜਾਂ ਤੇ ਪਹਿਲਾਂ ਪੈਸੇ ਪਹੁੰਚ ਗਏ ਆ ਜਾਂ ਕੀ ਕਹਾਣੀ ਹੈ। ਹੁਣ ਉਹਦੀਆਂ ਅਮੈਂਡਮੈਂਟਸ ਵੀ ਅਸੀਂ ਕਰਾਵਾਂਗੇ ਕਿ ਜੇ ਉਹ ਬੰਦਾ ਇਹਦੇ ਨਾਲ ਵਿਆਹ ਨਾ ਕਰਾਉਂਦਾ ਜਾਂ ਉਹ ਵਾਲੇ ਹਾਲਾਤ ਨਾ ਹੁੰਦੇ, ਡੈਫੀਨੇਟਲੀ ਜਤਿੰਦਰ ਸ਼ਾਇਦ ਸੁਸਾਈਡ ਨਾ ਕਰਦਾ, ਜਾਂ ਸੁਸਾਈਡ ਉਹਦਾ ਕਿੰਨਾ ਕੁ ਹੱਥ ਹੈ, ਇਹ ਚੀਜ਼ਾਂ ਸਾਹਮਣੇ ਆਉਣਗੀਆਂ ਔਰ ਬਖਸ਼ਾਂਗੇ ਨਹੀਂ। ਹਲੇ ਮੈਂ ਦੇਖੋ ਇਟ ਇਜ਼ ਟੂ अर्ਲੀ ਟੂ ਸੇ ਸਮਥਿੰਗ, ਬਟ ਮੈਂ ਹਲੇ ਕਾਗਜ਼ ਇਕੱਠੇ ਕਰ ਰਿਹਾ, ਇੱਕ ਵਾਰੀ ਸਾਰਾ ਕੇਸ ਸਮਝਾਂਗਾ, ਸਮਝਣ ਤੋਂ ਬਾਅਦ ਫਿਰ ਹਫਤਾ ਲੱਗੇਗਾ ਮੈਨੂੰ, ਫਿਰ ਉਸ ਤੋਂ ਬਾਅਦ ਇਹਦੇ ਤੇ ਐਕਸ਼ਨ ਪਲਾਨ ਲਿਆ ਜਾਏਗਾ। ਇਦਾਂ ਨਹੀਂ ਆਪਾਂ ਮਤਲਬ ਕੱਚੇ ਪੈਰੀ ਨਹੀਂ ਪੈਣਾ, ਪੱਕੇ ਪੈਰੀ ਪਵਾਂਗੇ ਔਰ ਇੱਕ ਇੱਕ ਕਰਕੇ ਅਸੀਂ ਚੂੜੀ ਕੱਸਾਂਗੇ ਜਿੱਥੋਂ ਜਿਹਦੀ ਲੋੜ ਪੈਂਦੀ ਹੈ। ਔਰ ਜਿਹੜੇ ਪੁਲਿਸ ਵਾਲੇ ਕਹਿੰਦੇ ਅਸੀਂ ਉੱਥੇ ਜਾ ਕੇ ਰੇਡ ਮਾਰ ਕੇ ਆਏ ਆ, ਉਹਨਾਂ ਨੂੰ ਪੁੱਛਾਂਗੇ ਵੀ ਪੈਸੇ ਤੇ ਤੁਸੀਂ ਸਾਡੇ ਲਵਾਤੇ ਤੇ ਰੇਡ 'ਚ ਕਰਕੇ ਕੀ ਆਏ ਹੋ। ਕਾਤਲ ਨੂੰ ਆ ਉਹਨਾਂ ਦੀ, ਜਿਹਦੇ ਕਰਕੇ ਉਹਨਾਂ ਦੇ ਬੇਟੇ ਦੀ ਜਾਣ ਗਈ ਹੈ ਕਿ ਉਸਦਾ ਪਿਤਾ ਵੀ ਇੱਕ ਰਿਟਾਇਰਡ ਥਾਣੇਦਾਰ ਹੈ, ਕਿਤੇ ਇਹ ਕਾਰਨ ਤਾਂ ਨਹੀਂ ਪੁਲਿਸ ਵੱਲੋਂ ਢਿੱਲੀ ਕਾਰਵਾਈ ਦਾ? ਹੋ ਸਕਦਾ ਜੀ, ਹੋ ਸਕਦਾ, ਕੁਝ ਵੀ ਕਿਹਾ ਜਾ ਸਕਦਾ। ਹੁਣ ਆંકੜੇ ਹੀ ਨੇ ਜੋ ਮਰਜ਼ੀ ਲਾ ਲਓ, ਬਟ ਇਹ ਹੈ ਕਿ ਮਿਲਾਂਗਾ ਮੈਂ ਆਈਓ ਨੂੰ ਵੀ, ਸਾਰਾ ਕੁਝ ਕਰਾਂਗੇ ਔਰ ਜਿੱਥੇ ਵੀ ਜੋ ਰਿਟ ਪਾਣੀ ਪੈਂਦੀ ਹੈ ਜਾਂ ਜੋ ਵੀ ਕਾਰਵਾਈ ਕਰਨੀ ਪੈਂਦੀ ਉਹਦੇ ਤੇ ਪੂਰਾ ਜ਼ੋਰ ਜ਼ਬਰਦਸਤੀ ਜ਼ੋਰ ਅਮਲ ਜੋ ਵੀ ਕਾਨੂੰਨੀ ਬਣਦਾ ਉਹ ਕਰਾਂਗੇ ਅਸੀਂ, ਸਾਡਾ ਹੱਕ ਹੈ। ਬਟ ਤੇ ਸਰ ਅਫਸੋਸ ਹੈ ਜਾਂਦੇ ਕਿ ਹੱਕ ਲੈਣ ਲਈ ਵੀ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਠੀਕ ਹੈ, ਧਰਨੇ ਲਗਾਉਣੇ ਪੈਂਦੇ, ਧਰਨੇ ਲਾਉਣੇ ਪੈਂਦੇ ਆ, ਬੜਾ ਕੁਝ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਪਰਚੇ ਦਰਜ ਹੁੰਦੇ ਨੇ। ਸੋ ਚਲੋ ਦੇਖਦੇ ਹਾਂ। ਤੇ ਸਰ ਜਾਂਦੇ ਜਾਂਦੇ ਇੱਕ ਸਵਾਲ ਹੈ, ਤੁਸੀਂ ਉਸ ਕਾਤਲ ਨੂੰ ਦੀ ਮਾਨਸਿਕਤਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਆਮ ਇਨਸਾਨ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਅਲੱਗ ਹੈ, ਕਾਨੂੰਨ ਦੀ ਨੌਲੇਜ ਉਹਦੇ ਕੋਲ ਲਾਇਸੈਂਸ ਹੈ ਜਾਂ ਨਹੀਂ ਵੱਖਰੀ ਗੱਲ ਹੈ, ਫਿਰ ਵੀ ਕਾਨੂੰਨ ਦੀਆਂ ਕਿਤਾਬਾਂ ਤਾਂ ਉਹਨੇ ਪੜ੍ਹੀਆਂ ਹੀ ਨੇ, ਉਹਨੂੰ ਪਤਾ ਸੀ ਕਿ ਇਹ ਇਲੀਗਲ ਕੰਮ ਕਰ ਰਹੀ ਹੈ, ਦੂਜੀ ਮੈਰਿਜ ਕਰਵਾ ਰਹੀ ਹੈ, ਫਿਰ ਵੀ ਕੀ ਉਹ ਕਾਨੂੰਨ ਨੂੰ ਮਤਲਬ ਟਿੱਚ ਜਾਣਦੀ ਸੀ ਜਾਂ ਓਵਰ ਕੌਨਫੀਡੈਂਸ ਸੀ? ਤੁਹਾਨੂੰ ਉਸਦੀ ਮਾਨਸਿਕਤਾ ਕਿਵੇਂ ਲੱਗਦੀ ਹੈ ਜੋ ਵੀ ਉਸ ਵੱਲੋਂ ਅੰਜਾਮ ਦਿੱਤਾ ਗਿਆ ਇਸ ਕੰਮ ਨੂੰ? ਜ਼ਿਆਦਾਤਰ ਮੈਨੂੰ ਲੱਗਦਾ ਕਿ ਜਦੋਂ ਪੈਸੇ ਦਾ ਨਸ਼ਾ ਬੋਲਣਾ ਲੱਗ ਪਏ ਔਰ ਕੋਈ ਉਹਦੇ ਦਿਮਾਗ 'ਚ ਲਾਲਚ ਵੜ ਜਾਵੇ, ਉਸ ਵੇਲੇ ਇਹੋ ਜਿਹੀਆਂ ਗੱਲਾਂ ਲੱਗਦੀਆਂ, ਸ਼ੈ ਹੁੰਦੀ ਹੈ ਕਿਸੇ ਨਾ ਕਿਸੇ ਦੀ। ਹਾਂਜੀ, ਉਹੀ ਔਰ ਕਾਨੂੰਨ ਮੈਂ ਵੀ ਉਹੀ ਇਸ਼ਾਰਾ ਸੀ ਕਿ ਕਿਤੇ ਨਾ ਕਿਤੇ ਕਿਸੇ ਅਜਿਹੇ ਗੈਰ ਕਾਨੂੰਨੀ ਤੱਤ ਦੀ ਸ਼ੈ ਹੋ ਸਕਦੀ ਹੈ ਜਿਹਦੇ ਕਰਕੇ ਉਹਨੂੰ ਲੱਗਦਾ ਹੋਵੇ ਕਿ ਮੈਂ ਇਹ ਮਸਲੇ ਨੂੰ ਸੋਲਵ ਕਰ ਲੂੰਗੀ, ਧਮਕੀ ਵਗੈਰਾ ਦਵਾ ਕੇ, ਜਾਂ ਜਿਵੇਂ ਕਿ ਮੈਂ ਕਾਲ ਗਿਆ। ਉੱਥੇ ਆਉਣ ਲੱਗਾ। ਹੁਣ ਤੁਸੀਂ ਮੇਰੇ ਦੋਸਤ ਹੋ, ਅਸੀਂ ਇੱਕ ਦੂਜੇ ਪਰਿਵਾਰ ਨੂੰ ਮਿਲ ਚੁੱਕੇ, ਰੋਟੀ ਪਾਣੀ ਖਾ ਚੁੱਕੇ, ਮੈਂ ਤੁਹਾਨੂੰ ਦਿੰਦਾ ਹੱਲਾ ਸ਼ੇਰੀ ਕਿ ਜਾਓ ਜਾ ਕੇ ਫਲਾਣੇ ਨੂੰ ਗੋਲੀ ਮਾਰ ਦਿਓ, ਮੈਂ ਤੁਹਾਡੇ ਪਿੱਛੇ ਬੈਠਾ। ਤੁਹਾਡਾ ਆਪਣਾ ਵੀ ਤਾਂ ਕੋਈ ਦਿਮਾਗ ਹੋਣਾ ਚਾਹੀਦਾ। ਸਹੀ ਗੱਲ ਹੈ। ਮੈਂ ਜਿੰਨਾ ਮਰਜ਼ੀ ਤੁਹਾਨੂੰ ਕਹਿ ਦਾਂ, ਮੈਂ ਭਾਵੇਂ ਐਸਪੀ ਲੱਗਾ ਹੋਵਾਂ ਸ਼ਹਿਰ 'ਚ, ਮੈਂ ਕਹਾਂ ਕੁਲਵਿੰਦਰ ਟੈਨਸ਼ਨ ਨਾ ਲੈ, ਤੂੰ ਗੋਲੀ ਮਾਰ ਕੇ ਆ ਬੰਦੇ ਨੂੰ। ਸਹੀ ਗੱਲ ਹੈ। ਤੇ ਤੁਹਾਡਾ ਆਪਣਾ ਕੀ ਦਿਮਾਗ ਕਹਿੰਦਾ? ਯਾਨੀ ਕਿ ਜੇ ਮੈਂ ਕ੍ਰਿਮੀਨਲ ਆਣਾ ਜੀ, ਹਾਂਜੀ। ਦੇਖੋ ਇੱਕ ਬੜਾ ਸਾਡੇ ਟੀਚਰ ਨੇ ਇੱਕ ਗੱਲ ਸਮਝਾਈ ਸੀ, ਕਹਿੰਦੇ ਹਰ ਬੰਦੇ ਦੀ ਇੱਕ ਹੋਂਦ ਹੁੰਦੀ ਹੈ। ਅੱਛਾ ਜੀ। ਹੋਂਦ ਕਿਸ ਤਰ੍ਹਾਂ ਪਛਾਣੀ ਜਾਂਦੀ ਹੈ ਕਿ ਤੁਸੀਂ ਕਲਾਸ ਵਿੱਚ ਨਾ, ਕਲਾਸ ਭਰੀ ਹੁੰਦੀ 50-100 ਬੱਚੇ ਨਾਲ, ਇੱਕ ਨਵਾਂ ਬੱਚਾ ਆਏਗਾ, ਉਹਨੂੰ ਪਹਿਲੇ ਦਿਨ ਹਰ ਮਾਸਟਰ ਪਹਿਲੇ ਬੈਂਚ ਤੇ ਬਿਠਾਉਂਦਾ, ਹਰ ਹਾਂਜੀ। ਟੀਚਰ ਉਹਨੂੰ ਪਹਿਲੇ ਬੈਂਚ ਤੇ ਬਿਠਾਉਂਦਾ ਤੇ ਕਹਿੰਦੇ ਵੀ ਅੱਧੀ ਛੁੱਟੀ ਵੇਲੇ ਤੱਕ ਉਹ ਬੰਦਾ ਆਪਣੇ ਮਨ ਭਾਵੇਂ ਬੰਦੇ ਕੋਲ ਪਹੁੰਚ ਜਾਂਦਾ। ਹਾਂਜੀ। ਇਹ ਪ੍ਰੈਕਟੀਕਲ ਹੈ, ਅਸੀਂ ਵੀ ਕਲਾਸਾਂ 'ਚ ਵੇਖਿਆ, ਜਿੱਥੇ ਮਰਜ਼ੀ ਬਿਠਾ ਦਿਓ, ਠੀਕ ਹੈ। ਜਿੱਦਾਂ ਦਾ ਵੀ ਉਹ ਬੱਚਾ ਹੈ ਨਾ, ਉਹਨੇ ਆਪਣੇ ਮਤਲਬ ਦੇ ਬੰਦੇ ਕੋਲ ਪਹੁੰਚ ਜਾਣਾ। ਸਹੀ ਗੱਲ ਹੈ। ਸੋ ਉਹ ਲੜਕੀ ਨੇ ਲਾਅ ਕਰ ਲਈ, ਬੜੇ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੇ ਕ੍ਰਿਮੀਨਲ ਨੇ ਲਾਅ ਕਰ ਲਈ, ਔਰ ਇਹਦਾ ਲਾਅ ਦਾ ਲਾਇਸੈਂਸ ਜਿਹਨੇ ਲੈ ਲਿਆ ਹੋਇਆ ਗਲਤੀ ਨਾਲ ਤੇ ਵਾਪਸ ਹੋ ਜਾਏਗਾ, ਕੈਂਸਲ ਕਰਾ ਦਾਂਗੇ 100%, ਔਰ ਜ਼ਿੰਦਗੀ ਭਰ ਦੁਬਾਰਾ ਨਹੀਂ ਮਿਲਦਾ ਇਹਨੂੰ।
ਔਰ ਬਾਕੀ ਜੋ ਹੋਰ ਕਾਰਵਾਈਆਂ ਬਚਦੀਆਂ ਉਹ ਕਾਰਵਾਈਆਂ ਕਰਵਾਉਂਦੇ ਆ। ਔਰ ਫਿਰ ਉਹੀ ਗੱਲ ਹੈ, ਮਿਹਨਤ ਹੈ, ਜ਼ੋਰ ਲੱਗਣਾ ਹੈ। ਠੀਕ। ਅਸੀਂ ਅਗੇਂਸਟ ਵਿੰਡ ਜਾਣਾ ਹੈ, ਹਵਾ ਤੋਂ ਉਲਟੇ ਰੁਖ ਤੇ ਅਸੀਂ ਕੰਮ ਕਰਦੇ ਹਾਂ। ਹਾਂਜੀ। ਸੋ ਮਿਹਨਤ ਜ਼ਿਆਦਾ ਹੈ, ਦੇਖੋ ਕੀ ਰਿਜ਼ਲਟ ਆਉਂਦੇ ਨੇ, ਪਰ ਆਉਣਗੇ। ਸੁਨੀਲ ਮੱਲਨ ਮਗਰ ਪੈਂਦਾ ਫਿਰ ਛੱਡਦਾ ਥੋੜੀ। ਸਹੀ ਗੱਲ ਹੈ। ਹਾਲੇ ਮੈਂ ਆਪਣੀ ਤਿਆਰੀ ਚ ਹਾਂ। ਹਾਲੇ ਮੈਂ ਆਪਣਾ ਕਹਿੰਦੇ ਨਾ ਪੰਜਾਬੀ ਚ ਵੀ ਆਪਣੀ ਕੁਹਾੜੀ ਤਿੱਖੀ ਕਰ ਰਿਹਾ। ਹਾਲੇ ਮੈਂ ਕੇਸ ਪੜ੍ਹ ਰਿਹਾ, ਕੇਸ ਨੂੰ ਸਮਝੂੰਗਾ, ਸਮਝਣ ਤੋਂ ਬਾਅਦ ਚਿੱਠੀਆਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਠੀਕ। ਬਸ। ਔਰ ਚਿੱਠੀਆਂ ਨਿਕਲਣਗੀਆਂ ਤੇ ਅਸਰ ਹੋਏਗਾ। ਹਾਂਜੀ। ਅੱਜ ਨਹੀਂ ਹੋਏਗਾ ਤੇ ਕੱਲ ਹੋਏਗਾ, ਹੋਏਗਾ ਜ਼ਰੂਰ, ਸਹੀ ਕੱਲ ਗੱਲ ਹੀ ਹੈ। ਨਹੀਂ। ਜਦ ਤੱਕ ਮੈਂ ਫਿਰ ਇੱਕੋ ਗੱਲ ਜਾਣਦਾ, ਜਦ ਤੱਕ ਪਰਿਵਾਰ ਮੇਰਾ ਸਾਥ ਦੇਗਾ, ਮਦਈ ਜਿੰਨੇ ਕੰਪਲੇਂਟ ਕੀਤੀ ਕੰਪਲੇਨੈਂਟ ਦਿਲੋਂ ਮੇਰਾ ਸਾਥ ਦੇਗਾ, ਤਦ ਤੱਕ ਮੈਂ ਪਿੱਛੇ ਨਹੀਂ ਹਟਦਾ। ਜਦੋਂ ਉਹ ਸਾਥ ਦੇਣਾ ਛੱਡ ਦੇਣ ਤੇ ਮੈਨੂੰ ਤੇ ਪਰਸਨਲ ਕੋਈ ਇੰਟਰਸਟ ਨਹੀਂ ਕੇਸ 'ਚ। ਹਾਂਜੀ। ਮੇਰੀ ਦੂਜੀ ਧਿਰ ਵੀ ਕੋਈ ਦੁਸ਼ਮਣ ਤੇ ਹੈ ਨਹੀਂ, ਸਹੀ ਗੱਲ ਪਰ ਹੈ। ਮੈਂ ਆਪਣਾ ਫਰਜ਼ ਸਮਝ ਕੇ ਉਹਨੂੰ ਕਿਸੇ ਸਿਰੇ ਲਾਉਣਾ ਚੰਗਾ ਸਮਝਦਾ ਕਿ ਨਹੀਂ, ਮੈਂ ਜ਼ਿੰਮੇਵਾਰੀ ਲਈ ਉਹਨੂੰ ਸਿਰੇ ਲਾਵਾਂਗਾ। ਪਰ ਹਾਂਜੀ। ਮੈਂ ਲਾਊਂਗਾ, ਪਰਿਵਾਰ ਮੇਰੇ ਨਾਲ ਰਹੇਗਾ ਤਾਂ ਮੈਂ ਲਾਊਂਗਾ। ਜਿਵੇਂ ਇੱਕ ਹਰਕਤ ਉਹਨਾਂ ਨੇ ਮੇਰੇ ਕਹਿਣ ਦੇ ਬਾਵਜੂਦ ਗਲਤ ਕੀਤੀ, ਮੈਂ ਮਨਾ ਕਰਤਾ ਸੀ। ਹਾਂਜੀ। ਉਸ ਦਿਨ ਮੈਂ ਉਹਨਾਂ ਨੂੰ ਫੋਨ ਕਰਕੇ ਮਨਾ ਕਰਤਾ ਸੀ, ਭਾਜੀ ਮੈਂ ਤੁਹਾਡਾ ਕੇਸ ਨਹੀਂ ਲੜਨਾ, ਤੁਸੀਂ ਆਪਣੇ ਤਰੀਕੇ ਚੱਲੋ। ਠੀਕ। ਬਜ਼ੁਰਗ ਕਹਿੰਦੇ ਖਸਮ ਇੱਕ ਹੋਣਾ ਚਾਹੀਦਾ, ਚਾਹੇ ਉਹ ਕਾਨੂੰਨ ਦਾ ਖਸਮ ਹੈ ਤੇ ਚਾਹੇ ਘਰ ਦਾ ਖਸਮ ਹੈ, ਚਾਹੇ ਉਹ ਜਿਸ ਮਰਜ਼ੀ ਗੱਲ ਦਾ ਖਸਮ ਹੈ। ਮਤਲਬ ਸਹੀ ਗੱਲ ਹੈ। ਸਾਡੇ ਸੱਚ ਵੀ ਅਹ, ਅਹ, ਖਸਮ ਦੀ ਜਾਨੀ ਹੈ, ਉਹ ਪੂਰੀ ਲੈ ਗਈ ਮੈਨੂੰ ਨਹੀਂ ਆਉਂਦੀ। ਉਹੀ ਹੈ, ਜਦ ਦੋ ਬੇੜੀਆਂ ਸਵਾਰ ਡੁੱਬਦਾ ਹੀ ਹੁੰਦਾ ਹੀ ਕਹਿੰਦੇ। ਜਿਹੜਾ ਦੋ ਬੇੜੀਆਂ 'ਚ ਪੈਰ ਰੱਖੇਗਾ ਤੇ ਉਹ ਲੱਤਾਂ ਵੀ ਪਾੜੇਗਾ ਆਪਣੀਆਂ ਤੇ ਡੁੱਬੇਗਾ ਵੀ। ਸੋ ਹਾਂਜੀ। ਜਦੋਂ ਉਹਨਾਂ ਨੇ ਮੇਰਾ ਆਖਾ ਨਹੀਂ ਮੰਨਿਆ ਤੇ ਮੈਂ ਉਹਨਾਂ ਨੂੰ ਰਾਤ ਨੂੰ ਜਦੋਂ ਪਤਾ ਲੱਗਾ ਉਸੇ ਵੇਲੇ ਨਾ ਦੇਤੀ। ਮੈਂ ਕਿਹਾ ਉਹ ਭਾਜੀ ਆਪ ਵੀ ਫੀਲ ਕਰ ਰਹੇ ਸੀ ਇਹ ਗੱਲ ਨੂੰ ਜੀ। ਮੈਂ ਤੁਹਾਡਾ ਕੇਸ ਨਹੀਂ ਲੜਨਾ, ਤੁਸੀਂ ਜਿਹਦੇ ਕੋਲ ਲੜਾਉਣਾ ਲੜਾ ਲਓ, ਤੇ ਸੁਨੀਲ ਵੱਲੋਂ ਤੁਹਾਡੇ ਕੇਸ 'ਚੋਂ ਬਾਹਰ ਹੈ, ਥੈਂਕ ਯੂ ਵੈਰੀ ਮਚ। ਫਿਰ ਉਹਨਾਂ ਦੇ ਪਰਿਵਾਰ ਦੇ ਸਾਰਿਆਂ ਦਾ ਫੋਨ ਆਇਆ, ਨਹੀਂ ਸਾਨੂੰ ਮਾਫੀ ਦੇ ਦਿਓ, ਗਲਤੀ ਹੋ ਗਈ। ਸੋ ਮੈਂ ਇੱਕੋ ਗੱਲ ਸਮਝਾਈ ਵੀ ਜੇ ਤਾਂ ਤੁਸੀਂ ਇਹੋ ਕੁਛ ਹੀ ਕਰਨਾ ਤੇ ਹਾਂਜੀ। ਫਿਰ ਤੁਸੀਂ ਆਪੇ ਲੜ ਲਓ, ਕੱਲ ਨੂੰ ਮੈਨੂੰ ਜੋ ਬਦਨਾਮ ਕਰੋਗੇ ਕਿ ਉਹਦੇ ਕੋਲ ਹੋਇਆ ਕੁਛ ਨਹੀਂ। ਬੇਵਕੂਫੀਆਂ ਤੁਸੀਂ ਆਪਣੀਆਂ ਮੰਨਣੀਆਂ ਨਹੀਂ, ਮੇਰੇ ਪੱਲੇ ਪਾਉਣਾ। ਸੋ ਅਲਟੀਮੇਟਲੀ ਉਹਨਾਂ ਨੇ ਰਿਅਲਾਈਜ਼ ਕੀਤਾ। ਫਿਰ ਵੀ ਹੁਣ ਅੱਜ ਉਹਨਾਂ ਦੇ ਇੱਕ ਡਾਕੂਮੈਂਟ ਕੁਝ ਇਕੱਠੇ ਕਰਾਉਣੇ ਸੀ, ਅੱਜ ਮੇਰੇ ਕੋਲ ਪਹੁੰਚ ਗਈ ਫਾਈਲ। ਅੱਛਾ ਸੋ ਜੀ। ਅੱਗੋਂ ਧੀਰੇ ਧੀਰੇ ਬਾਕੀ ਵੀ ਚੱਲਦਾ ਪਿਆ ਕੰਮ, ਕਰ ਦਿਆਂਗੇ। ਆ ਗਈ ਫਾਈਲ ਮੇਰੇ ਕੋਲ ਸਾਰੀ, ਉਹੀ ਪੜ੍ਹਦਾ ਪਿਆ ਸੀ ਹੁਣੇ ਮੈਂ ਬੈਠਾ ਬੈਠਾ। ਕੁੜੀ ਦਾ ਅੱਛਾ ਨਾਮ ਨਵਜੋਤ ਕੌਰ, ਉਮਰ 27 ਸਾਲ, ਵਾਈਫ ਆਫ ਅੱਛਾ ਜਤਿੰਦਰ ਸਿੰਘ, ਡਾਟਰ ਆਫ ਬਲਦੇਵ ਸਿੰਘ, ਰੈਜ਼ੀਡੈਂਟ ਆਫ ਵਿਲੇਜ ਕੋਟਲਾ ਸੂਬਾ ਸਿੰਘ, ਬਟਾਲਾ ਡਿਸਟ੍ਰਿਕਟ ਗੁਰਦਾਸਪੁਰ। ਮੋਬਾਈਲ ਨੰਬਰ 70877 35465, ਇਹ ਕੁੜੀ ਦਾ ਮੋਬਾਈਲ ਨੰਬਰ ਹੈ। ਔਰ ਅੱਛਾ ਕੋਰਟ 'ਚ ਪਟੀਸ਼ਨ ਪਾਈ ਉਹਨਾਂ ਨੇ, ਔਰ ਅੱਛਾ। ਇਸ ਕੋਰਟ 'ਚ ਵੀ ਉਹਦੇ ਖਿਲਾਫ ਕਾਰਵਾਈ ਸ਼ੁਰੂ ਹੋਏਗੀ, ਕਿਉਂਕਿ ਇਸ ਤੋਂ ਪਹਿਲਾਂ ਉਹ ਵਿਆਹ ਕਰਾ ਚੁੱਕੀ ਹੈ ਦੂਜੇ ਬੰਦੇ ਨਾਲ। ਤੇ ਹਾਂਜੀ। ਕੋਰਟ 'ਚ ਜਦੋਂ ਦਸੰਬਰ ਇਹ ਹੋ ਪਟੀਸ਼ਨ ਚੁੱਕਿਆ ਪਾਉਂਦੀ ਆ, 2020। ਹਾਂਜੀ ਦਸੰਬਰ 2020 ਚ ਵਿਆਹ ਹੋ ਚੁੱਕਿਆ ਸੀਗਾ ਜੀ ਉਹਦਾ। ਹਾਂਜੀ ਹਾਂਜੀ ਹਾਂਜੀ, ਤੇ ਇਹ ਪਟੀਸ਼ਨ ਪਾਉਂਦੀ ਹੈ। ਮੈਂ ਤੁਹਾਨੂੰ ਉਹਦੀ ਵੀ ਤਰੀਕ ਦੱਸ ਦਿੰਦਾ, ਠਹਿਰੋ ਇੱਕ ਮਿੰਟ ਹੋਲਡ ਕਰਿਓ, ਹੋਲਡ ਕਰੋ ਹੋਲਡ ਕਰੋ ਹੋਲਡ ਕਰੋ। ਦਸੰਬਰ ਤੇ 29/7/21 ਨੂੰ 29/7/21 ਨੂੰ ਇਹ ਕੇਸ ਪਾਇਆ ਨਾ, ਜਾਣ ਕੇ ਤਕਰੀਬਨ 10-11 7 ਮਹੀਨੇ ਮਹੀਨੇ ਬਾਅਦ ਬਾਅਦ। ਵਿਆਹ। ਹਾਂਜੀ, 12ਵੇਂ ਮਹੀਨੇ ਚ ਵਿਆਹ ਹੁੰਦਾ। ਇਹਨਾਂ ਦੇ ਵਕੀਲ ਸਾਹਿਬ ਦਾ ਨਾਮ ਸੁਨੀਲ ਭਗਤ ਹੈ, ਜਿਹੜਾ ਕੁੜੀ ਨੇ ਵਕੀਲ ਕਰਿਆ ਅੱਛਾ ਜੀ। ਉੱਥੇ ਜਲੰਧਰ। ਸੋ ਇਹਦੇ ਚ ਇਸ ਕੇਸ 'ਚ ਵੀ ਕੁੜੀ ਨੇ ਫਸ ਜਾਣਾ, ਕਿਉਂਕਿ ਇਹਦੇ 'ਚ ਵੀ ਉਹਦੇ ਖਿਲਾਫ 340 ਦਾ ਮੁਕੱਦਮਾ ਦਰਜ ਹੋ ਜਾਣਾ ਹੈ, ਕੋਰਟ ਨਾਲ ਝੂਠ ਬੋਲਣਾ। 29 ਜੁਲਾਈ 29 ਜੁਲਾਈ ਨੂੰ ਕੇਸ ਦਰਜ ਹੋਇਆ ਜੀ ਉੱਥੇ ਫਲੋਰ ਕੋਰਟ 'ਚ। ਅੱਛਾ ਜੀ। ਤੇ ਆ ਗਏ ਮੇਰੇ ਕੋਲ ਪੇਪਰ, ਕੁਛ ਬਾਕੀ ਹੋਰ ਨਿਕਲਦੇ ਪਏ ਨੇ। ਸੋ ਪਰਿਵਾਰ ਨੇ ਲਿਆ ਕੇ ਦਿੱਤੇ ਆ ਲਾਵਾਂ ਦੀਆਂ ਫੋਟੋਆਂ। ਸੁਣਾਉਣੀ ਨਹੀਂ ਤੁਹਾਡੇ ਕੋਲ, ਫੋਟੋ ਮੈਂ ਭੇਜ ਦੂੰਗਾ। ਠੀਕ ਹੈ ਜੀ। ਸੁੰਦਰ ਸਿੰਘ, ਡੇਟ ਆਫ ਬਰਥ 92, ਕੁੜੀ ਦੀ ਡੇਟ ਆਫ ਬਰਥ ਸੀ 93, 22 ਜੂਨ 93। ਠੀਕ ਹੈ ਜੀ। ਸੋ ਪਹੁੰਚ ਗਿਆ ਮੇਰੇ ਕੋਲ ਸਮਾਨ। ਕਾਨੂੰਨ ਦੇ ਹੱਥ ਬੜੇ ਲੰਬੇ ਨੇ, ਟਾਈਮ ਜ਼ਰੂਰ ਲੱਗਦਾ ਪਰ ਬਚਦਾ ਨਹੀਂ ਬੰਦਾ। ਸੋ ਜਲਦੀ
ਹੋ ਜਾਏਗਾ ਇਹਦੇ ਤੇ ਕੁਛ ਨਾ ਕੁਛ। ਵਕੀਲ ਸਾਹਿਬ ਦਾ ਵੀ ਨੰਬਰ ਆ ਗਿਆ, ਸਭ ਕੁਝ ਆ ਚੁੱਕਾ ਹੈ। ਹਲੇ ਪੜ੍ਹਦੇ ਪਏ ਹਾਂ, ਹਲੇ ਤੇ ਬੜੇ ਥੋੜੇ ਕਾਗਜ਼ ਆਏ ਨੇ, ਹਲੇ ਹੋਰ ਵੀ ਆਉਣੇ ਨੇ। ਬਟਾਲੇ ਵੀ ਇਹਨਾਂ ਨੇ ਕੁਛ ਕੇਸ ਕੂਸ ਕਰਿਆ ਸੀ ਕੁੜੀ ਨੇ, ਅੱਛਾ ਉਹਦੇ ਜੀ, ਵੀ ਕਾਗਜ਼ ਕਢਾਏ ਜਾ ਰਹੇ ਨੇ। ਸੋ ਠੀਕ ਹੈ। ਕਾਗਜ਼ ਕਢਾਉਣ ਤੋਂ ਬਾਅਦ ਪੈਕਅਪ ਹੋ ਗਿਆ, ਜੇ ਤੁਹਾਨੂੰ ਦਿਖ ਜਾਏ ਤਾਂ ਸ਼ਾਇਦ ਹਾਂਜੀ, ਇਹ ਡਾਕ ਹੋ ਗਈ ਪੋਸਟ, ਉੱਥੋਂ ਠੀਕ ਹੈ ਜੀ, ਫਾਈਲ ਹੋ ਗਈ ਤਿਆਰ। ਓਕੇ। ਪਹੁੰਚ ਚੱਲੇ ਜੀ, ਬਸ ਆ ਜਾਣੇ ਸਾਡੇ ਕੋਲ 2 ਦਿਨਾਂ 'ਚ। ਸੋ ਕਰਾਂਗੇ ਕੁਛ ਨਾ ਕੁਛ, ਇੱਕ ਵਾਰੀ ਫਾਈਲ ਪੜ੍ਹ ਲਈਏ, ਫਿਰ ਰਿਜ਼ਲਟ ਦਿਆਂਗੇ, ਟਾਈਮ ਲੱਗੇ। ਬਾਕੀ ਚੋਰ ਨੇ ਭੱਜੇ ਰਹਿਣਾ, ਭੱਜਾ ਰਵੇ, ਸਾਨੂੰ ਫਾਇਦਾ ਹੈ। ਜਦ ਤੱਕ ਜ਼ਮਾਨਤ ਨਹੀਂ ਕਰਾਉਂਦੀ, ਜੇਲ੍ਹ ਨਹੀਂ ਜਾਂਦੀ, ਜ਼ਮਾਨਤ ਨਹੀਂ ਹੋਣੀ। ਜ਼ਮਾਨਤ ਹੋਏਗੀ ਤੇ ਬਾਹਰ ਆਏਗੀ, ਤੇ ਕੰਡੀਸ਼ਨ ਤੇ ਹੋਏਗੀ। ਸੋ ਲੈਟ ਅਸ ਸੀ। ਸੋ ਦੋਸਤੋ, ਇਹ ਸੀ ਜਤਿੰਦਰ ਸੁਸਾਈਡ ਕੇਸ ਬਾਰੇ ਕੁਝ ਲੇਟੈਸਟ ਜਾਣਕਾਰੀ। ਬਣੇ ਰਹਿਣੇ ਇਸ ਕੇਸ ਦੇ ਨਾਲ, ਕਿਉਂਕਿ ਕੁਝ ਅਜਿਹੇ ਤੱਥ ਵੀ ਸਾਹਮਣੇ ਆਏ ਨੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਬਹੁਤ ਕੁਝ ਤੁਹਾਡੇ ਸਾਹਮਣੇ ਅਜਿਹਾ ਆਵੇਗਾ ਕਿ ਆਪਣੀ ਜੀਭ ਬਚਾ ਕੇ ਰੱਖਿਓ। ਹੋ ਸਕਦਾ ਤੁਹਾਡੇ ਦੰਦਾਂ ਦੇ ਵਿੱਚ ਕੱਟੀ ਜਾਵੇ ਉਹ ਗੱਲਾਂ ਸੁਣਦੇ ਸੁਣਦੇ। ਅਜਿਹੇ ਕੁਝ ਵੱਡੇ ਖੁਲਾਸੇ ਤੁਹਾਡੇ ਸਾਹਮਣੇ ਹੋਣਗੇ। ਸੋ ਬਣੇ ਰਹਿਣਾ, ਮਿਲਦੇ ਹਾਂ ਜਲਦ। ਥੈਂਕ ਯੂ, ਧੰਨਵਾਦ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।